वाहिगुरु जी का खालसा वाहिगुरु जी की फतेह। आसा महला तीजा। सतगुर विच वड्डी वडियाई, चिरी विछुन्ने मेल मिलाई। गुरु साहिब जी दे सरूप विच बहुत ही वडियाई महिमा शोभा है, जो 84 ਲੱਖ ਜੂਨਾਂ ਜਾਂ ਜੁਗਾਂ ਆਦਿ ਦੇ ਵਿੱਚ ਚਿਰੀ ਕੀਏ ਚਿਰਾਂ ਤੋਂ ਵਿਛੜੇ ਹੋਇਆਂ ਨੂੰ ਵਾਹਿਗੁਰੂ ਦੇ ਮਿਲਾਪ ਵਿੱਚ ਮਿਲਾਈ ਕੀਏ ਮਿਲਾ ਦਿੱਤਾ ਹੈ। ਆਪੇ ਮੇਲੇ ਮੇਲ ਮਿਲਾਏ, ਆਪਣੀ ਕੀਮਤ ਆਪੇ ਪਾਏ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਕਿਰਪਾ ਕਰ ਰਹੇ ਹਨ। ਚੱਲ ਰਹੀ ਲੜੀਵਾਰ ਵਿਚਾਰ ਵਿੱਚ ਪਾਵਨ ਅੰਗ 361 ਤੇ ਆਸਾ ਰਾਗ ਦੇ ਵਿੱਚ ਹੇ ਭਾਈ ਪਰਮੇਸ਼ਰ ਆਪ ਹੀ ਜਿਨ੍ਹਾਂ ਨੂੰ ਸਤਿਗੁਰਾਂ ਨਾਲ ਮੇਲਦਾ ਹੈ ਅਤੇ ਸਤਿਗੁਰੂ ਜੀ ਉਸ ਨੂੰ ਨਾਮ ਵਿੱਚ ਮੇਲਣਾ ਕਰਦੇ ਹਨ। ਫਿਰ ਉਹਨਾਂ ਮਿਲਿਆ ਹੋਇਆਂ ਨੂੰ ਪਰਮੇਸ਼ਰ ਆਪਣੇ ਸਰੂਪ ਵਿੱਚ ਮਿਲਾ ਲੈਂਦਾ ਹੈ। ਜਿਹੜੇ ਗੁਰਮੁਖ ਜਨ ਪਰਮੇਸ਼ਰ ਨੇ ਆਪ ਮੇਲੇ ਹਨ, ਉਹ ਮਿਲੇ ਹੋਏ ਹੋਰਨਾਂ ਨੂੰ ਵੀ ਵਾਹਿਗੁਰੂ ਦੇ ਮਿਲਾਪ ਵਿੱਚ ਮਿਲਾ ਦਿੰਦੇ ਹਨ। ਉਹ ਪਰਮੇਸ਼ਰ ਆਪਣੀ ਕੀਮਤ ਕਦਰ ਮੁੱਲ ਨੂੰ ਆਪ ਹੀ ਪਾਏ ਕੀਏ ਪਾਉਂਦਾ ਹੈ। ਹਰ ਕੀ ਕੀਮਤ ਕਿਨ ਵਿਧ ਹੋਏ। ਹੇ ਸਤਿਗੁਰੂ ਜੀ, ਪਰਮੇਸ਼ਰ ਦੀ ਕੀਮਤ ਕਿਹੜੀ ਵਿਧ ਵਿਧੀ ਨਾਲ ਪ੍ਰਾਪਤੀ ਹੋਵੇ। ਹਰ ਅਪਰੰਪਰ ਅਗਮ ਅਗੋਚਰ, ਗੁਰ ਕੈ ਸ਼ਬਦ ਮਿਲੈ ਜਨ ਕੋਇ ਰਹਾਉ। ਹੇ ਗੁਰ ਸਿੱਖੋ, ਉਹ ਹਰੀ ਪਰਮੇਸ਼ਰ ਅਪਰੰਪਰ ਪ੍ਰਕਿਰਤੀ ਦੇ ਪਾਰਾਵਾਰ ਤੋਂ ਪਰੇ ਹੈ, ਅਗਮ ਮਨ ਦੀ ਗਮਤਾ ਤੋਂ ਰਹਿਤ ਹੈ ਅਤੇ ਅਗੋਚਰ ਇੰਦਰੀਆਂ ਦੇ ਅਵਿਸ਼ੇ ਹੈ। ਗੁਰ ਸਤਿਗੁਰਾਂ ਦੇ ਸ਼ਬਦ ਉਪਦੇਸ਼ ਦੀ ਕਮਾਈ ਕਰਕੇ ਕੋਈ ਕੋਈ ਵਿਰਲਾ ਹੀ ਪੁਰਸ਼ ਆਪਾ ਭਾਵ ਮੇਟ ਕਰਕੇ ਵਾਹਿਗੁਰੂ ਵਿੱਚ ਮਿਲਦਾ ਹੈ। ਰਹਾਉ ਵਿਸਰਾਮ ਦੇ ਕੇ ਸਤਿਗੁਰੂ ਕਿਰਪਾ ਕਰਦੇ। ਗੁਰਮੁਖ ਕੀਮਤ ਜਾਣੈ ਕੋਇ, ਵਿਰਲੇ ਕਰਮ ਪ੍ਰਾਪਤ ਹੋਏ। ਹੇ ਭਾਈ, ਕੋਈ ਵਿਰਲਾ ਹੀ ਗੁਰਮੁਖ ਜਨ ਅਧਿਕਾਰੀ ਬਣ ਕੇ ਆਪਾ ਭਾਵ ਮੇਟ ਕੇ ਪਰਮੇਸ਼ਰ ਦੀ ਪ੍ਰਾਪਤੀ ਰੂਪੀ ਕੀਮਤ ਕਦਰ ਨੂੰ ਜਾਣਦਾ ਹੈ। ਸੋ ਪਰੰਤੂ ਕਿਸੇ ਟਾਵੇਂ ਟਾਵੇਂ ਪੁਰਖਾਂ ਨੂੰ ਸਤਿਗੁਰਾਂ ਦੀ ਕਰਮ ਬਖਸ਼ਿਸ਼ ਜਾਂ ਨਿਸ਼ਕਾਮ ਕਰਮਾਂ ਦੁਆਰਾ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ। ਉੱਚੀ ਬਾਣੀ ਉੱਚਾ ਹੋਏ, ਗੁਰਮੁਖ ਸ਼ਬਦ ਵਖਾਣੈ ਕੋਇ। ਹੇ ਭਾਈ, ਸਤਿਗੁਰਾਂ ਦੀ ਬਾਣੀ ਰਚਨਾ ਤਿੰਨਾਂ ਗੁਣਾਂ ਤੋਂ ਅਤੀਤ ਉਚਾਈ ਵਾਲੀ ਹੈ। ਉੱਚੀ ਬਾਣੀ ਅਕਾਲੀ ਇਲਾਹੀ ਬਾਣੀ ਆਲਾ ਦਰਜੇ ਦੀ ਬਾਣੀ ਦੇ ਸ਼ਰਵਣ ਮੰਨਣ ਨਿਧਿਆਸਣ ਕਰਕੇ ਜਿਸ ਦਾ ਮਨ ਤਿੰਨਾਂ ਗੁਣਾਂ ਦੀ ਕੈਦ ਤੋਂ ਛੁੱਟ ਕੇ ਤੁਰਿਆ ਪਾਦੀ ਪਛਾਣ ਵਾਲਾ ਉੱਚਾ ਹੋ ਜਾਂਦਾ ਹੈ। ਉਹ ਕੋਈ ਗੁਰਾਂ ਦੁਆਰਾ ਗੁਰਮੁਖ ਬਣ ਕੇ ਉਪਦੇਸ਼ ਦਾ ਵਖਾਣੇ ਕਹੀਏ ਕਥਨ ਕਰਦਾ ਹੈ। ਵਿਣ ਨਾਵੈ ਦੁਖ ਦਰਦ ਸਰੀਰ, ਸਤਿਗੁਰ ਭੇਟੇ ਤਾ ਉਤਰੈ ਪੀਰ। ਹੇ ਭਾਈ, ਨਾਮ ਤੋਂ ਬਿਨਾਂ ਸਰੀਰ ਦੇਹ ਵਿੱਚ ਦੁੱਖ ਕਸ਼ਟ ਅਤੇ ਮਨ ਵਿੱਚ ਅਵਿਦਿਆ ਦੀਆਂ ਪੀੜਾਂ ਹੁੰਦੀਆਂ ਰਹਿੰਦੀਆਂ। ਜੇਕਰ ਗੁਰੂ ਸਾਹਿਬ ਜੀ ਨਾਲ ਮਿਲ ਜਾਵੇ ਤਾਂ ਹਉਮੈ ਅਤੇ ਅਵਿਦਿਆ ਆਦਿ ਸਾਰੀਆਂ ਪੀੜਾਂ ਦਰਦਾਂ ਉਤਰ ਜਾਂਦੀਆਂ ਹਨ। ਬਿਨ ਗੁਰ ਭੇਟੇ ਦੁੱਖ ਕਮਾਏ, ਮਨਮੁਖ ਬਹੁਤੀ ਮਿਲੈ ਸਜਾਏ। ਗੁਰ ਸਤਿਗੁਰੂ ਸਾਹਿਬ ਜੀ ਦੇ ਮਿਲੇ ਤੋਂ ਬਗੈਰ ਜੀਵ ਜੰਮਣ ਮਰਨ ਦੇ ਦੁੱਖ ਕਸ਼ਟ ਦੇਣ ਵਾਲੀ ਕਮਾਈ ਨੂੰ ਹੀ ਕਮਾਉਂਦਾ ਹੈ। ਬੇਸਮਝ ਜੀਵ ਆਪਣੀ ਹੀ ਮੱਤ ਵਰਤਦਾ ਹੈ, ਇਸ ਕਰਕੇ ਉਸ ਨੂੰ ਲੋਕ ਪਰਲੋਕ ਵਿੱਚ ਅਤਿਅੰਤ ਸਜ਼ਾ ਮਿਲਦੀ ਹੈ। ਹਰ ਕਾ ਨਾਮ ਮੀਠਾ ਅਤ ਰਸ ਹੋਏ, ਪੀਵਤ ਰਹਿ ਪੀ ਆਏ ਸੋਏ। ਹੇ ਭਾਈ, ਉਹਨਾਂ ਨੂੰ ਪਰਮੇਸ਼ਰ ਦਾ ਅਤ ਕਹੀਏ ਅਤਿਅੰਤ ਮਿੱਠਾ ਨਾਮ ਰਸ ਪ੍ਰਾਪਤ ਹੁੰਦਾ। ਜਿਨ੍ਹਾਂ ਉਹ ਪਰਮੇਸ਼ਰ ਆਪ ਨਾਮ ਰਸ ਪਿਆਉਂਦਾ ਹੈ, ਉਹ ਹੀ ਸਦਾ ਨਾਮ ਰਸ ਪੀਂਦੇ ਰਹਿੰਦੇ ਹਨ। ਗੁਰ ਕਿਰਪਾ ਤੇ ਹਰ ਰਸ ਪਾਏ, ਨਾਨਕ ਨਾਮ ਰਤੇ ਗਤ। ਹੇ ਭਾਈ, ਸਤਿਗੁਰਾਂ ਦੀ ਕਿਰਪਾ ਦਇਆਲਤਾ ਤੋਂ ਹੀ ਪਰਮੇਸ਼ਰ ਦਾ ਨਾਮ ਰਸ ਪ੍ਰਾਪਤ ਕਰੀਦਾ ਹੈ। ਸਤਿਗੁਰੂ ਸਾਹਿਬ ਜੀ ਫਰਮਾਉਂਦੇ ਹਨ
ਕਿ ਜੋ ਨਾਮ ਰਸ ਵਿੱਚ ਰੰਗੇ ਹੋਏ ਉਹ ਕੇਵਲ ਗਤ ਮੁਕਤੀ ਦੇ ਤਾਈਂ ਪ੍ਰਾਪਤ ਕਰਦੇ ਹਨ। ਆਸਾ ਮਹੱਲਾ ਤੀਜਾ। ਮੇਰਾ ਪ੍ਰਭ ਸਾਚਾ ਗਹਿਰ ਗੰਭੀਰ, ਸੇਵਤ ਹੀ ਸੁਖ ਸਾਂਤ ਸਰੀਰ। ਹੇ ਭਾਈ, ਸਾਡਾ ਪ੍ਰਭੂ ਪਰਮੇਸ਼ਰ ਸੱਚਾ ਤ੍ਰੈ ਕਾਲ ਆਬਾਦ ਰੂਪ ਹੈ ਅਤੇ ਗਹਿਰ ਨਿਰਹਲ ਤੇ ਗੰਭੀਰ ਡੂੰਘਾ ਹੈ। ਗਹਿਰ ਗੰਭੀਰ ਡੂੰਘੇ ਤੋਂ ਡੂੰਘਾ ਹੈ। ਉਸ ਨੂੰ ਸੇਵਦਿਆਂ ਹੀ ਦੇਹ ਵਿੱਚ ਸੁਖ ਆਨੰਦ ਤੇ ਸਾਂਤ ਸ਼ਾਂਤੀ ਪ੍ਰਾਪਤ ਹੋ ਜਾਂਦੀ ਹੈ। ਸਰੀਰ ਨੂੰ ਸੁਖ ਪ੍ਰਾਪਤ ਹੁੰਦਾ ਹੈ ਤੇ ਮਨ ਵਿੱਚ ਸ਼ਾਂਤੀ ਆ ਵਸਦੀ ਹੈ। ਸ਼ਬਦ ਤਰੇ ਜਨ ਸਹਿਜ ਸੁਭਾਏ, ਤਿਨ ਕੈ ਹਮ ਸਦ ਲਾਗਹਿ ਪਾਏ। ਸੁਤੇ ਸਿੱਧ ਸ਼ਾਂਤੀ ਵਾਲਾ ਸੁਭਾਅ ਧਾਰਨ ਕਰਕੇ ਜਿਨ੍ਹਾਂ ਨੇ ਸਤਿਗੁਰਾਂ ਦੇ ਸ਼ਬਦ ਉਪਦੇਸ਼ ਦੀ ਕਮਾਈ ਕਰਨਾ ਕੀਤੀ ਹੈ, ਉਹ ਜਨ ਪੁਰਸ਼ ਸੰਸਾਰ ਸਮੁੰਦਰ ਤੋਂ ਤਰ ਜਾਂਦੇ ਹਨ। ਉਹਨਾਂ ਗੁਰਮੁਖ ਪੁਰਸ਼ਾਂ ਦੇ ਅਸੀਂ ਹਮੇਸ਼ਾ ਹੀ ਪਾਏ ਚਰਨੀ ਲੱਗਦੇ ਹਾਂ। ਜੋ ਮਨ ਰਾਤੇ ਹਰ ਰੰਗ ਲਾਏ। ਹੇ ਭਾਈ, ਜਿਹੜੇ ਹਰੀ ਪਰਮੇਸ਼ਰ ਵਿੱਚ ਰੰਗ ਪ੍ਰੇਮ ਲਾ ਕੇ ਮਨ ਹਿਰਦੇ ਵਿੱਚ ਰੰਗੇ ਹੋਏ ਆ, ਤਿਨ ਕਾ ਜਨਮ ਮਰਨ ਦੁਖ ਲਾਥਾ, ਤੇ ਹਰ ਦਰਗਹਿ ਮਿਲੇ ਸੁਭਾਏ ਰਹਾਉ। ਉਹਨਾਂ ਦਾ ਜੰਮਣ ਅਤੇ ਮਰਨ ਮੌਤ ਦਾ ਦੁੱਖ ਕਸ਼ਟ ਲਹਿ ਗਿਆ ਹੈ। ਉਹ ਹਰੀ ਪਰਮੇਸ਼ਰ ਦੀ ਦਰਗਹਿ ਨਿਆਏ ਸਭਾ ਵਿੱਚ ਸੁਭਾਏ ਸੁਭਾਵਕ ਹੀ ਮਿਲ ਗਏ ਹਨ। ਸੁਭਾਏ ਪ੍ਰਕਾਸ਼ ਰੂਪ ਵਿੱਚ ਮਿਲ ਗਏ ਹਨ। ਰਹਾਉ। ਸ਼ਬਦ ਚਾਖੈ ਸਾਚਾ ਸਾਧ ਪਾਏ, ਹਰ ਕਾ ਨਾਮ ਮਨ ਵਸਾਏ। ਜਿਹੜਾ ਪੁਰਸ਼ ਸਤਿਗੁਰਾਂ ਦੇ ਉਪਦੇਸ਼ ਨੂੰ ਹਿਰਦੇ ਵਿੱਚ ਚੱਖਦਾ ਭਾਵ ਧਾਰਨ ਕਰਦਾ ਨਾ, ਉਹ ਸੱਚਾ ਸਵਾਦ ਬ੍ਰਹਮਾਨੰਦ ਪ੍ਰਾਪਤ ਕਰ ਲੈਂਦਾ ਹੈ। ਫਿਰ ਜੀਵਨ ਮੁਕਤੀ ਵਾਸਤੇ ਪਰਮੇਸ਼ਰ ਦਾ ਨਾਮ ਮੰਨਣ ਕਰਕੇ ਹਿਰਦੇ ਵਿੱਚ ਵਸਾਉਂਦਾ ਹੈ। ਹਰ ਪ੍ਰਭ ਸਦਾ ਰਹਿਆ ਭਰਪੂਰ, ਆਪੇ ਨੇੜੇ ਆਪੇ ਦੂਰ। ਉਹਨਾਂ ਪੁਰਖਾਂ ਦੀ ਅਜਿਹੀ ਦਿਵਯ ਦ੍ਰਿਸ਼ਟੀ ਜਾਗ ਪੈਂਦੀ ਆ ਕਿ ਉਹ ਹਰੀ ਪ੍ਰਭੂ ਪਰਮੇਸ਼ਰ ਨੂੰ ਹਮੇਸ਼ਾ ਹੀ ਸਾਰੇ ਭਰਪੂਰ, ਸੋ ਇਸ ਨੂੰ ਭਰਪੂਰ ਨਹੀਂ ਕਹਿਣਾ। ਕਈ ਫਿਰ ਦੁਆਰਾ ਭੱਬਾ ਬੋਲ ਜਾਂਦੇ ਆ ਜਿੱਥੇ ਪੱਪਾ ਹੈ। ਸੋ ਭਰਪੂਰ ਪੂਰਾ ਬੋਲਣਾ ਵਿਆਪਕ ਹੋ ਰਿਹਾ ਜਾਣਦੇ ਹਨ। ਉਹ ਪਰਮੇਸ਼ਰ ਆਪੇ ਆਪ ਹੀ ਗੁਰਮੁਖ ਜਨਾਂ ਦੇ ਨੇੜੇ ਕੀਏ ਨਿਕਟ ਹੋ ਕੇ ਵਸਦਾ ਹੈ ਤੇ ਆਪੇ ਕੀਏ ਆਪ ਹੀ ਮਨਮੁਖਾਂ ਕੋਲੋਂ ਦੂਰ ਹੈ। ਆਖਣ ਆਖੈ ਬਕੈ ਸਭ ਕੋਇ, ਆਪੇ ਬਖਸ਼ ਮਿਲਾਏ ਸੋਏ। ਪੁਰਾਤਨ ਰਿਸ਼ੀ ਮੁਨੀਆਂ ਦੇ ਕਹੇ ਹੋਏ ਅਖਿਆਣਾ ਪ੍ਰਸੰਗਾਂ ਨੂੰ ਸਾਰੇ ਕੋਈ ਹੀ ਬਖਤਾ ਹੋ ਕੇ ਬਕੈ ਉਚਾਰਦੇ ਆ, ਪਰੰਤੂ ਜਿਨ੍ਹਾਂ ਤਾਈਂ ਪਰਮੇਸ਼ਰ ਨੇ ਆਪ ਗੁਰੂ ਸਰੂਪ ਹੋ ਕੇ ਬਖਸ਼ਣਾ ਕੀਤਾ ਹੈ, ਉਹਨਾਂ ਨੂੰ ਹੀ ਆਪਣੇ ਸਰੂਪ ਵਿੱਚ ਮਿਲਾਉਂਦਾ ਹੈ, ਭਾਵ ਅਭੇਦ ਕਰਦਾ ਹੈ। ਕਹਿਣੈ ਕਥਨ ਨ ਪਾਇਆ ਜਾਏ, ਗੁਰ ਪ੍ਰਸਾਦ ਵਸੈ ਮਨ ਆਏ। ਸ਼ਕਤੀ ਬਿਰਤੀ ਦੁਆਰਾ ਕਥਨੀਆਂ ਦੇ ਕਹਿਣੇ ਆਖਣ ਨਾਲ ਵੀ ਉਹ ਪਰਮੇਸ਼ਰ ਪ੍ਰਾਪਤ ਨਹੀਂ ਕੀਤਾ ਜਾਂਦਾ। ਉਹ ਤਾਂ ਗੁਰ ਪ੍ਰਸਾਦ ਸਤਿਗੁਰਾਂ ਦੀ ਕਿਰਪਾ ਦੁਆਰਾ ਹੀ ਮਨ ਹਿਰਦੇ ਵਿੱਚ ਆ ਕੇ ਵਸਦਾ ਹੈ। ਗੁਰਮੁਖ ਵਿੱਚ ਹੋ ਆਪ ਗਵਾਏ, ਹਰ ਰੰਗ ਰਾਤੇ ਮੋਹ ਚੁਕਾਏ। ਗੁਰਮੁਖ ਜਨ ਆਪਣੇ ਹਿਰਦੇ ਵਿੱਚੋਂ ਅੰਦਰੋਂ ਆਪਾ ਭਾਵ ਹੰਕਾਰ ਗਵਾਏ ਕੀਏ ਮੇਟ ਦਿੰਦੇ ਹਨ ਅਤੇ ਪਰਮੇਸ਼ਰ ਦੇ ਪ੍ਰੇਮ ਰੰਗ ਵਿੱਚ ਰੰਗੇ ਹੋਏ ਸੰਬੰਧੀਆਂ ਸਰੀਰਾਂ ਮਾਇਆ ਆਦਿ ਦੇ ਮੋਹ ਸਰੇਹ ਨੂੰ ਚੁੱਕ ਦਿੰਦੇ, ਮੇਟ ਲੈਂਦੇ, ਖਤਮ ਕਰ ਲੈਂਦੇ ਹਨ। ਅਤ ਨਿਰਮਲ ਗੁਰ ਸ਼ਬਦ ਵਿਚਾਰ, ਨਾਨਕ ਨਾਮ ਸਵਾਰਨ ਹਾਰ। ਹੇ ਭਾਈ, ਜੋ ਸੰਸਾਰ ਵਿੱਚ ਸਤਿਗੁਰੂ ਸਾਹਿਬ ਜੀ ਦੇ ਉਪਦੇਸ਼ ਦਾ ਵਿਚਾਰ ਕਰਦੇ ਹਨ, ਉਹ ਅਤਿਅੰਤ ਨਿਰਮਲ ਉਜਲ ਹੋ ਜਾਂਦੇ। ਸਤਿਗੁਰੂ ਸਾਹਿਬ ਜੀ ਫਰਮਾਉਂਦੇ ਹਨ ਕਿ ਪਰਮੇਸ਼ਰ ਦਾ ਨਾਮ ਹੀ ਜੀਵਨ ਦੇ ਤਾਈਂ ਸਵਾਰਨਹਾਰ, ਸਵਾਰਨ ਵਾਲਾ ਹੈ। ਆਸਾ ਮਹੱਲਾ ਤੀਜਾ। ਦੂਜੈ ਭਾਇ ਲੱਗੇ ਦੁਖ ਪਾਇਆ, ਬਿਨ ਸ਼ਬਦੈ ਬਿਰਥਾ ਜਨਮ ਗਵਾਇਆ। ਹੇ ਭਾਈ, ਜੋ ਦੂਜੈ ਦਵੈਤ ਭਾਵ ਵਿੱਚ ਲੱਗੇ ਹੋਏ ਆ,
ਜੋ ਦੂਜੇ ਦੂਸਰੇ ਸ਼ਬਦ ਸਪਰਸ਼ ਰੂਪ ਰਸ ਗੰਧ ਵਿਸ਼ਿਆਂ ਦੇ ਭਾਏ ਪ੍ਰੇਮ ਵਿੱਚ ਲੱਗੇ ਹੋਏ ਆ, ਉਹਨਾਂ ਦੇ ਜੰਮਣ ਮਰਨ ਰੂਪੀ ਕਸ਼ਟ ਪਾਉਣਾ ਕੀਤਾ ਹੈ। ਸਤਿਗੁਰਾਂ ਦੇ ਉਪਦੇਸ਼ ਦੀ ਕਮਾਈ ਤੋਂ ਬਗੈਰ ਉਹਨਾਂ ਨੇ ਆਪਣਾ ਅਮੋਲਕ ਮਨੁੱਖਾ ਜਨਮ ਵਿਅਰਥ ਹੀ ਗਵਾ ਲਿਆ ਹੈ। ਸਤਿਗੁਰ ਸੇਵੈ ਸੋਝੀ ਹੋਏ, ਦੂਜੈ ਪਾਏ ਨ ਲਾਗੈ ਕੋਇ। ਹੇ ਭਾਈ, ਜੇਕਰ ਸੱਚੇ ਗੁਰੂ ਸਾਹਿਬ ਜੀ ਸੇਵਾ ਟਹਿਲ ਕਰੀਏ ਤਾਂ ਪਰਮਾਰਥ ਦੀ ਸੋਝੀ ਸਮਝ ਹੁੰਦੀ ਹੈ। ਜਿਨ੍ਹਾਂ ਨੂੰ ਸਮਝ ਪਈ ਹੈ ਉਹ ਕੋਈ ਦੂਜੇ ਭਾਏ ਦਵੈਤ ਭਾਵ ਜਾਂ ਦੂਸਰੇ ਦੇਵੀ ਦੇਵਤਿਆਂ ਦੀ ਉਪਾਸਨਾ ਵਿੱਚ ਨਹੀਂ ਲੱਗਦੇ। ਮੂਲ ਲਾਗੇ ਸੇ ਜਨ ਪਰਵਾਣ। ਹਾਂ, ਜਿਹੜੇ ਮੂਲ ਮੁੱਢ ਰੂਪ ਪਰਮੇਸ਼ਰ ਦੇ ਨਾਮ ਵਿੱਚ ਲੱਗੇ ਹਨ, ਜਿਹੜੇ ਮੂਲ ਮੁੱਢ ਭਾਵ ਜਨਮ ਤੋਂ ਹੀ ਭਜਨ ਬੰਦਗੀ ਵਿੱਚ ਲੱਗ ਗਏ ਹਨ, ਉਹ ਜਨ ਪੁਰਸ਼ ਪ੍ਰਮਾਣਿਕ ਭਾਵ ਸਫਲੇ ਹੋ ਗਏ। ਅਨ ਦਿਨ ਰਾਮ ਨਾਮ ਜਪ ਹਿਰਦੈ, ਗੁਰ ਸਬਦੀ ਹਰ ਏਕੋ ਜਾਣ ਰਹਾਉ। ਉਹ ਅਨ ਦਿਨ ਰਾਤ ਦਿਨ ਪਰਮੇਸ਼ਰ ਦੇ ਨਾਮ ਨੂੰ ਮਨ ਨਾਲ ਜਪਦੇ ਹਨ ਅਤੇ ਸਤਿਗੁਰਾਂ ਦੇ ਸਬਦੀ ਉਪਦੇਸ਼ ਦੀ ਕਮਾਈ ਕਰਕੇ ਸਾਰਿਆਂ ਵਿੱਚ ਇੱਕ ਹਰੀ ਪਰਮੇਸ਼ਰ ਨੂੰ ਹੀ ਰਮਿਆ ਹੋਇਆ ਜਾਣਦੇ ਹਨ। ਰਹਾਉ। ਡਾਲੀ ਲਾਗੈ ਨਿਹਫਲ ਜਾਏ, ਅੰਧੀ ਕੰਮੀ ਅੰਧ ਸਜਾਏ। ਹਾਂ, ਜਿਹੜੇ ਭਾਈ ਜਿਹੜੇ ਮੁੱਢ ਰੂਪ ਪਰਮਾਤਮਾ ਨੂੰ ਛੱਡ ਕਰਕੇ ਟਾਹਣੀਆਂ ਦੀ ਨਿਆਈ ਦੇਵੀ ਦੇਵਤਿਆਂ ਦੀ ਉਪਾਸਨਾ ਵਿੱਚ ਲੱਗਦੇ ਆ, ਉਹਨਾਂ ਦਾ ਮਨੁੱਖਾ ਜਨਮ ਵਿਅਰਥ ਹੀ ਚਲਾ ਜਾਂਦਾ। ਉਹਨਾਂ ਦੀ ਕੀਤੀ ਹੋਈ ਸੇਵਾ ਨਿਸਫਲ ਹੀ ਜਾਂਦੀ ਹੈ। ਅੰਧਤਾਈ ਵਾਲੇ ਕਰਮ ਕਰਨ ਨਾਲ ਅੰਧ ਅਗਿਆਨਤਾ ਦੀ ਸਜ਼ਾ ਹੀ ਮਿਲਦੀ ਹੈ। ਅੰਨੇ ਕਰਮ ਕਰਨ ਨਾਲ ਅਗਿਆਨੀਆਂ ਨੂੰ ਨਰਕਾਂ ਵਿੱਚ ਅਤਿਅੰਤ ਭਾਰੀ ਸਜ਼ਾ ਮਿਲਦੀ ਹੈ। ਮਨਮੁਖ ਅੰਧਾ ਠੌਰ ਨ ਪਾਏ, ਬਿਸਟਾ ਕਾ ਕੀੜਾ ਬਿਸਟਾ ਮਾਹੇ ਬਚਾਏ। ਮਨਮੁਖ ਬੇਸਮਝ ਅਗਿਆਨੀ ਪੁਰਸ਼ ਲੋਕ ਪਰਲੋਕ ਵਿੱਚ ਸਤਸੰਗਤ ਵਿੱਚ ਜਾਂ ਤੁਰਿਆ ਪਦ ਵਿੱਚ ਇਸਤਤ ਹੋਣ ਰੂਪ ਅਸਥਾਨ ਨਹੀਂ ਪਾਉਂਦਾ। ਜਿਵੇਂ ਗੰਦਗੀ ਦਾ ਕੀੜਾ ਕਿਰਮ ਗੰਦਗੀ ਦੇ ਵਿੱਚ ਹੀ ਨਾਸ਼ ਹੁੰਦਾ, ਇਸੇ ਪ੍ਰਕਾਰ ਅਗਿਆਨੀ ਪੁਰਸ਼ ਵਿਸ਼ਿਆਂ ਰੂਪੀ ਗੰਦਗੀ ਦਾ ਕੀੜਾ ਬਣ ਕੇ ਵਿਸ਼ਿਆਂ ਵਿੱਚ ਹੀ ਨਾਸ਼ ਹੁੰਦਾ ਹੈ। ਗੁਰ ਕੀ ਸੇਵਾ ਸਦਾ ਸੁਖ ਪਾਏ, ਸੰਤ ਸੰਗਤ ਮਿਲ ਹਰ ਗੁਣ ਗਾਏ। ਗੁਰੂ ਸਤਿਗੁਰੂ ਸਾਹਿਬ ਜੀ ਦੀ ਸੇਵਾ ਟਹਿਲ ਕਰਨ ਨਾਲ ਹਮੇਸ਼ਾ ਰਹਿਣ ਵਾਲਾ ਸੁੱਖ ਆਨੰਦ ਪ੍ਰਾਪਤ ਕਰ ਲਈਦਾ। ਸੰਤ ਸੰਗਤ ਮਹਾਤਮਾ ਜਨਾਂ ਦੀ ਸੰਗਤ ਵਿੱਚ ਮਿਲਣ ਕਰਕੇ ਪਰਮੇਸ਼ਰ ਦੇ ਗੁਣ ਸਿਫਤਾਂ ਤਾਈਂ ਗਾਇਆ ਜਾਂਦਾ ਹੈ। ਨਾਮੇ ਨਾਮ ਕਰੇ ਵਿਚਾਰ, ਆਪ ਤਰੈ ਕੁਲ ਉਦਰਣ ਹਾਰ। ਜੋ ਨਾਮੀ ਪਰਮੇਸ਼ਰ ਦੇ ਨਾਮ ਦਾ ਵਿਚਾਰ ਨਿਰਣਾ ਕਰਦੇ ਹਨ, ਜੋ ਨਾਮੇ ਕੇਵਲ ਨਾਮ ਹੀ ਨਾਮ ਦੀ ਵਿਚਾਰ ਕਰਦੇ ਆ, ਉਹ ਆਪ ਤਾਂ ਸੰਸਾਰ ਸਮੁੰਦਰ ਤੋਂ ਤਰਦੇ ਹੀ ਹਨ ਅਤੇ ਆਪਣੀ ਕੁਲ ਨੂੰ ਵੀ ਉਦਰਣ ਹਾਰ ਉਦਾਹਰਨ ਵਾਲੇ ਬਣ ਜਾਂਦੇ। ਗੁਰ ਕੀ ਬਾਣੀ ਨਾਮ ਵਜਾਏ, ਨਾਨਕ ਮਹਿਲ ਸ਼ਬਦ ਘਰ ਪਾਏ। ਹਾਂ, ਸਤਿਗੁਰੂ ਸਾਹਿਬ ਜੀ ਦੀ ਬਾਣੀ ਰਚਨਾ ਦੁਆਰਾ ਹਿਰਦੇ ਵਿੱਚ ਨਾਮੀ ਪਰਮੇਸ਼ਰ ਦਾ ਨਾਮ ਪ੍ਰਗਟ ਹੋ ਜਾਂਦਾ ਹੈ। ਸਤਿਗੁਰੂ ਜੀ ਉਚਾਰਦੇ ਹਨ ਕਿ ਗੁਰਾਂ ਦੇ ਸ਼ਬਦ ਉਪਦੇਸ਼ ਦੀ ਕਮਾਈ ਕਰਕੇ ਹਿਰਦੇ ਵਿੱਚੋਂ ਹੀ ਮਹਿਲ ਸਰੂਪ ਤੁਰਿਆ ਪਦ ਨੂੰ ਪ੍ਰਾਪਤ ਕਰੀਦਾ ਹੈ। ਗੁਰਮਤਿ ਸਤ ਸਰ ਹਰ ਜਲ ਨਹਾਇਆ, ਦੁਰਮਤਿ ਮੈਲ ਸਭ ਦੁਰਤ ਗਵਾਇਆ। ਜੋ ਸਤ ਸੰਤੋਖ ਆਦਿ ਸ਼ੁਭ ਗੁਣਾਂ ਦਾ ਸਤ ਸੰਗਤ ਰੂਪੀ ਸੱਚਾ ਸਰੋਵਰ ਹੈ, ਉਸ ਵਿੱਚ ਜਿਸ ਗੁਰਮਤਿ ਸਤਿਗੁਰਾਂ ਦੀ ਸਿੱਖਿਆ ਦੁਆਰਾ ਪਰਮੇਸ਼ਰ ਦੇ ਨਾਮ ਰੂਪੀ ਜਲ ਪਾਣੀ ਨਾਲ ਨਹਾਇਆ ਇਸ਼ਨਾਨ ਕੀਤਾ ਹੈ, ਉਸ ਨੇ ਦੁਰਮਤ ਖੋਟੀ ਮਤ ਰੂਪੀ ਗੰਦਗੀ ਅਤੇ ਸਾਰੇ ਦੁਰਤ ਪਾਪਾਂ ਨੂੰ ਦਵੈਤ ਦੀ ਪ੍ਰੀਤੀ ਨੂੰ ਗਵਾ ਲਿਆ। ਆਸਾ ਮਹੱਲਾ ਤੀਜਾ। ਮਨਮੁਖ ਮਰਹਿ ਮਰਨ ਵਿਗਾੜ ਹੈ, ਦੂਜੈ ਭਾਇ ਆਤਮ ਸੰਘਾਰ ਹੈ। ਹੇ ਭਾਈ, ਜਦੋਂ ਮਨਮੁਖ ਵਿਮੁਖ ਪੁਰਸ਼ ਮਰਦੇ ਹਨ, ਉਹ ਮਰ ਕੇ ਆਪਣੇ ਮਰਨ ਨੂੰ ਵਿਗਾੜ ਜਾਂਦੇ ਆ। ਮਨਮੁਖ ਲੋਕ ਕਾਮ ਆਦਿਕ ਵਿਸ਼ਿਆਂ ਦੇ ਮਾਰੇ ਹੋਏ ਰਹਿੰਦੇ ਆ, ਅੰਤ ਨੂੰ ਮੌਤ ਸਮੇਂ ਵੀ ਆਪਣੇ ਮਰਨੇ ਨੂੰ ਵਿਗਾੜ ਜਾਂਦੇ।
ਦਵੈਤ ਭਾਵ ਵਿੱਚ ਲੱਗਣ ਕਰਕੇ ਆਪਣੇ ਆਪ ਨੂੰ ਸੰਘਾਰੈ ਨਾਸ਼ ਕਰਦੇ ਆ। ਮੇਰਾ ਮੇਰਾ ਕਰ ਕਰ ਵਿਗੂਤਾ, ਆਤਮ ਨ ਚੀਨੈ ਭਰਮੈ ਵਿੱਚ ਸੂਤਾ। ਮੇਰਾ ਕਹੀਏ ਸਾਡਾ ਪਦਾਰਥ, ਮੇਰਾ ਕਹੀਏ ਸਾਡਾ ਪੁੱਤਰਿਓ, ਮੇਰਾ ਮੇਰਾ ਕਰਕੇ ਹੀ ਮਨਮੁਖ ਜੀਵ ਵਿਗੂਤਾ ਖਰਾਬ ਹੋ ਰਹੇ ਆ। ਆਤਮ ਆਪਣਾ ਆਪ ਰੂਪ, ਆਤਮ ਅਗਿਆਨਤਾ ਦੇ ਤਮ ਹਨੇਰੇ ਤੋਂ ਆ ਰਹਿਤ ਪ੍ਰਕਾਸ਼ ਰੂਪ ਬ੍ਰਹਮ ਨੂੰ ਜਾਣਦੇ ਹੀ ਨਹੀਂ ਆ, ਤੇ ਭਰਮ ਵਿੱਚ ਅੰਦਰ ਪੈ ਕੇ ਸੂਤਾ ਸੁੱਤੇ ਪਏ ਆ। ਮਰ ਮੋਇਆ ਸਬਦੇ ਮਰ ਜਾਏ। ਜਿਹੜਾ ਸਤਿਗੁਰਾਂ ਦੇ ਉਪਦੇਸ਼ ਦੀ ਕਮਾਈ ਕਰਕੇ ਜੀਵਤ ਭਾਵ ਵੱਲੋਂ ਮਰ ਜਾਂਦਾ, ਉਸ ਦਾ ਮਾਰਨ ਵਾਲਾ ਕਾਲ ਹੀ ਮਰ ਜਾਂਦਾ। ਭਾਵ ਮੌਤ ਜਾਂ ਮਾਦਕ ਸਭ ਨਾਸ ਹੋ ਜਾਂਦੇ ਆ। ਉਸਤਤ ਨਿੰਦਾ ਗੁਰ ਸਮ ਜਾਣ ਆਈ, ਇਸ ਜੁਗ ਮਹਿ ਲਾਹਾ ਹਰ ਜਪ ਲੈ ਜਾਏ ਰਹਾਉ। ਜਿਨ੍ਹਾਂ ਪੁਰਸ਼ਾਂ ਦੇ ਤਾਈਂ ਸਤਿਗੁਰੂ ਸਾਹਿਬ ਜੀ ਨੇ ਕਿਸੇ ਦੁਆਰਾ ਕੀਤੀ ਹੋਈ ਉਸਤਤ, ਸ਼ਲਾਘਾ, ਤਾਰੀਫ ਅਤੇ ਨਿੰਦਾ, ਨਿੰਦਿਆ, ਦੋਸ਼ ਲਾਉਣ ਦੀ ਕਿਰਿਆ ਵਿੱਚ ਸਮ ਇੱਕੋ ਜਿਹੀ ਬਿਰਤੀ ਰੱਖਣੀ ਜਾਣ ਆਈ ਜਨਾਉਣਾ ਕੀਤੀ ਆ, ਉਸ ਪੁਰਸ਼ ਇਸ ਕਲਯੁਗ ਦੇ ਸਮੇਂ ਵਿੱਚ ਪਰਮੇਸ਼ਰ ਦੇ ਨਾਮ ਨੂੰ ਜਪ ਕੇ ਲਾਭ ਲੈ ਕੇ ਜਾਂਦੇ ਹਨ। ਰਹਾਉ ਨਾਮ ਵਿਹੂਣ ਗਰਭ ਗਲ ਜਾਏ, ਬਿਰਥਾ ਜਨਮ ਦੂਜੈ ਲੋਭਾਏ। ਜਿਹੜੇ ਪੁਰਸ਼ ਪਰਮੇਸ਼ਰ ਦੇ ਨਾਮ ਜਪਣ ਤੋਂ ਵਿਹੂਣ ਬਿਨਾ ਹਨ, ਉਹ ਮਾਤਾ ਦੇ ਗਰਭ ਪੇਟ ਵਿੱਚ ਹੀ ਗਲ ਨਾਸ ਹੋ ਜਾਂਦੇ। ਜੋ ਦੂਜੇ ਦਵੈਤ ਭਾਵ ਅਤੇ ਲੋਭਾਏ, ਲੋਭ ਲਾਲਚ ਵਿੱਚ ਆਏ ਹੋਏ ਆ, ਉਹਨਾਂ ਦਾ ਮਨੁੱਖਾ ਜਨਮ ਵਿਅਰਥ ਹੀ ਚਲਿਆ ਜਾਂਦਾ ਹੈ। ਨਾਮ ਬਿਹੂਣੀ ਦੁਖ ਜਲੈ ਸਬਾਈ, ਸਤਿਗੁਰ ਪੂਰੈ ਬੂਝ ਬੁਝਾਈ। ਪਰਮੇਸ਼ਰ ਦੇ ਨਾਮ ਤੋਂ ਬਿਹੂਣੀ ਬਿਨਾ ਹੋ ਕੇ ਸਬਾਈ ਸਾਰੀ ਸ੍ਰਿਸ਼ਟੀ ਹੀ ਜੰਮਣ ਮਰਨ ਰੂਪੀ ਦੁੱਖ ਕਸ਼ਟ ਦੇ ਵਿੱਚ ਸੜ ਰਹੀ ਆ। ਇਹ ਬੂਝ ਸਮਝ ਪੂਰਨ ਸਤਿਗੁਰੂ ਸੱਚੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ, ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਬੁਝਾਈ ਸਮਝਾਉਣਾ ਕੀਤੀ ਹੈ। ਮਨ ਚੰਚਲ ਬਹੁ ਖੋਟਾ, ਬਹੁ ਚੋਟਾਂ ਖਾਏ, ਇਥੋਂ ਛੁਡਕਿਆ ਠੌਰ ਨ ਪਾਏ। ਜਿਨ੍ਹਾਂ ਦਾ ਮਨ ਚਲਾਏਮਾਨ ਭਾਵ ਸਥਿਰ ਨਹੀਂ ਰਹਿੰਦਾ, ਉਹ ਇਸ ਲੋਕ ਵਿੱਚ ਦੁਨੀਆ ਦੀਆਂ ਤਰਕਾਂ ਰੂਪ ਅਤੇ ਪਰਲੋਕ ਵਿੱਚ ਜਮਾਂ ਦੀਆਂ ਬਹੁਤ ਚੋਟਾਂ ਸੱਟਾਂ ਖਾਂਦੇ ਹਨ। ਜੇਕਰ ਇੱਥੋਂ ਭਾਵ ਮਨੁੱਖਾ ਜਨਮ ਰੂਪੀ ਸਿਖਰਲੀ ਪੌੜੀ ਤੋਂ ਛੁੱਟ ਗਿਆ, ਅਰਥਾਤ ਇਸ ਜਨਮ ਵਿੱਚ ਨਾਮ ਨਾ ਜਪਿਆ, ਤਾਂ ਫਿਰ ਪਰਮੇਸ਼ਰ ਦੀ ਦਰਗਾਹ ਵਿੱਚ ਠਹਿਰਨਾ ਨਹੀਂ ਪਾਵੇਗਾ। ਗਰਭ ਜੋਨ ਵਿਸਟਾ ਕਾ ਵਾਸ, ਤਿਤ ਘਰ ਮਨਮੁਖ ਕਰੇ ਨਿਵਾਸ। ਮਾਤਾ ਦੇ ਗਰਭ ਪੇਟ ਦੀਆਂ ਜੂਨੀਆਂ ਵਿੱਚ ਜਿੱਥੇ ਗੰਦਗੀ ਦਾ ਵਾਸਾ ਹੈ, ਉਸ ਮਾਤਾ ਦੇ ਗਰਭ ਰੂਪ ਘਰ ਵਿੱਚ ਜਾਂ ਗਰਭ ਜੂਨੀਆਂ ਰੂਪੀ ਘਰ ਵਿੱਚ ਮਨਮੁਖ ਵੇਮੁਖ ਪੁਰਸ਼ ਨਿਵਾਸ ਕਹੀਏ ਵਸਣਾ ਕਰਦੇ ਹਨ। ਆਪਣੇ ਸਤਿਗੁਰ ਕਉ ਸਦਾ ਬਲ ਜਾਈ, ਗੁਰਮੁਖ ਜੋਤੀ ਜੋਤ ਮਿਲਾਈ। ਹੇ ਭਾਈ, ਅਸੀਂ ਤਾਂ ਸਾਡੇ ਸਤਿਗੁਰ ਸੱਚੇ ਗੁਰੂ ਤਾਈਂ ਹਮੇਸ਼ਾ ਸੈਂਕੜੇ ਵਾਰੀ ਬਲਹਾਰ ਕੁਰਬਾਨ ਜਾਂਦੇ ਹਾਂ। ਜਿਨ੍ਹਾਂ ਸਤਿਗੁਰਾਂ ਨੇ ਗੁਰਮੁਖ ਜਨਾਂ ਦੀ ਪ੍ਰਤੱਖ ਜੋਤ ਜੋਤੀ ਨੂੰ ਆਪਣੀ ਅਦਵੈਤ ਆਨੰਦ ਰੂਪੀ ਜੋਤੀ ਵਿੱਚ ਮਿਲਾਉਣਾ ਕੀਤੀ ਹੈ। ਨਿਰਮਲ ਬਾਣੀ ਨਿਜ ਘਰ ਵਾਸਾ, ਨਾਨਕ ਹਉਮੈ ਮਾਰੇ ਸਦਾ ਉਦਾਸਾ। ਹੇ ਭਾਈ, ਸਤਿਗੁਰਾਂ ਦੀ ਉਜਲ ਅੰਮ੍ਰਿਤ ਰੂਪ ਬਾਣੀ ਦੁਆਰਾ ਆਪਣੇ ਸਰੂਪ ਰੂਪੀ ਘਰ ਵਿੱਚ ਵਸਣਾ ਹੁੰਦਾ। ਸਤਿਗੁਰੂ ਸਾਹਿਬ ਜੀ ਉਚਾਰਦੇ ਹਨ ਕਿ ਜਿਹੜੇ ਦੇਹ ਪਦਾਰਥਾਂ ਦੀ ਹਉਮੈ ਹੰਗਤਾ ਮਮਤਾ ਨੂੰ ਮਾਰ ਭਾਵ ਨਿਵਰਤ ਕਰ ਦਿੰਦੇ, ਉਹ ਸੰਸਾਰ ਵਿੱਚ ਰਹਿੰਦਿਆਂ ਹੋਇਆਂ ਵੀ ਸੰਸਾਰ ਵੱਲੋਂ ਹਮੇਸ਼ਾ ਉਦਾਸਾ ਉਪਰਾਮ ਰਹਿੰਦੇ ਹਨ। ਆਸਾ ਮਹੱਲਾ ਤੀਜਾ। ਲਾਲੈ ਆਪਣੀ ਜਾਤ ਗਵਾਈ, ਤਨ ਮਨ ਅਰਪੇ ਸਤਿਗੁਰ ਸਰਣਾਈ। ਹੇ ਭਾਈ, ਜਿਨ੍ਹਾਂ ਨੇ ਆਪਣੀ ਜਾਤੀ ਦਾ ਅਭਿਮਾਨ ਗਵਾ ਦਿੱਤਾ, ਉਹੀ ਪਰਮੇਸ਼ਰ ਦੇ ਲਾਲੈ ਹੁੰਦਾ ਪਿਆਰੇ ਦਾਸ ਹਨ, ਅਤੇ ਉਹਨਾਂ ਨੇ ਹੀ ਆਪਣਾ ਤਨ ਸਰੀਰ ਮਨ ਹਿਰਦਾ ਸਤਿਗੁਰੂ ਸੱਚੇ ਪਾਤਸ਼ਾਹ ਸਾਹਿਬ ਜੀ ਦੀ ਸ਼ਰਨ ਵਿੱਚ ਆ ਕੇ ਅਰਪਣ ਕੀਤਾ ਹੈ। ਹਿਰਦੈ ਨਾਮ ਵੱਡੀ ਵਡਿਆਈ, ਸਦਾ ਪ੍ਰੀਤਮ ਪ੍ਰਭ ਹੋਏ ਸਖਾਈ।
हे ਭਾਈ, ਜਿਨ੍ਹਾਂ ਦੇ ਹਿਰਦੇ ਮਨ ਵਿੱਚ ਪਰਮੇਸ਼ਰ ਦਾ ਨਾਮ ਵਸ ਜਾਂਦਾ ਹੈ, ਉਹਨਾਂ ਦੀ ਲੋਕ ਪ੍ਰਲੋਕ ਵਿੱਚ ਬਹੁਤ ਵੱਡੀ ਵਡਿਆਈ ਸ਼ੋਭਾ ਹੁੰਦੀ ਤੇ ਪ੍ਰੀਤਮ ਪਿਆਰਾ ਪ੍ਰਭੂ ਪਰਮੇਸ਼ਰ ਹਮੇਸ਼ਾ ਹੀ ਉਹਨਾਂ ਦਾ ਲੋਕ ਪ੍ਰਲੋਕ ਵਿੱਚ ਸਹਾਇਤਾ ਕਰਨ ਵਾਲਾ ਹੁੰਦਾ। ਸੋ ਲਾਲਾ ਜੀਵਤ ਮਰੈ। हे ਭਾਈ, ਉਹੀ ਲਾਲਾ ਹੁੰਦਾ ਸੇਵਕ ਜੋ ਜੀਵਤ ਭਾਵ ਤੋਂ ਮਰਦਾ ਹੈ ਅਤੇ ਸੋਗ ਹਰਖ ਦੋਇ ਸਮ ਕਰ ਜਾਣੈ। ਗੁਰ ਪ੍ਰਸਾਦੀ ਸ਼ਬਦ ਉਦਰੈ ਰਹਾਉ। ਪਦਾਰਥ ਗਏ ਤੋਂ ਸੋਗ ਗਮ ਤੇ ਆਏ ਤੋਂ ਹਰਖ ਖੁਸ਼ੀ ਦੋਵਾਂ ਨੂੰ ਇੱਕ ਸਮਾਨ ਕਰਕੇ ਜਾਣਨਾ ਕਰਦਾ ਹੈ। ਇਉਂ ਉਹ ਸਤਿਗੁਰਾਂ ਦੀ ਕਿਰਪਾ ਦੁਆਰਾ ਉਪਦੇਸ਼ ਦੀ ਕਮਾਈ ਕਰਕੇ ਸੰਸਾਰ ਸਮੁੰਦਰ ਤੋਂ ਉਧਰ ਜਾਂਦੇ ਭਾਵ ਮੁਕਤ ਹੋ ਜਾਂਦਾ ਹੈ। ਰਹਾਉ। ਕਰਣੀ ਕਾਰ ਧੁਰਹੁ ਫੁਰਮਾਈ, ਬਿਨ ਸ਼ਬਦੈ ਕੋ ਥਾਇ ਨ ਪਾਈ। ਜਿਹੜਾ ਭਗਤੀ ਰੂਪੀ ਕਰਨ ਲਾਇਕ ਕਾਰ ਕੰਮ ਹੈ, ਇਸ ਨੂੰ ਕਰਨ ਲਈ ਪਰਮੇਸ਼ਰ ਨੇ ਧੁਰੋਂ ਹੀ ਆਦਿ ਤੋਂ ਹੀ ਆਗਿਆ ਫਰਮਾਉਣਾ ਕੀਤੀ ਆ। ਸਤਿਗੁਰਾਂ ਦੇ ਉਪਦੇਸ਼ ਦੀ ਕਮਾਈ ਕੀਤਿਆਂ ਤੋਂ ਬਗੈਰ ਕੋਈ ਸੱਚਖੰਡ ਜਾਂ ਤੁਰਿਆ ਪਦ ਰੂਪੀ ਜਗ੍ਹਾ ਨੂੰ ਨਹੀਂ ਪਾ ਸਕਦਾ। ਕਰਨੀ ਕੀਰਤ ਨਾਮ ਵਸਾਈ, ਆਪੇ ਦੀਵੈ ਢਿੱਲ ਨ ਪਾਈ। ਜਿਹੜੇ ਪਰਮੇਸ਼ਰ ਦੀ ਕੀਰਤਨ ਭਗਤੀ ਰੂਪ ਕਰਤੂਤ ਕਰਦੇ ਆ, ਕੰਮ ਕਰਦੇ ਅਤੇ ਪਰਮੇਸ਼ਰ ਦੇ ਨਾਮ ਨੂੰ ਮਨ ਵਿੱਚ ਵਸਾ ਕੇ ਰੱਖਦੇ, ਉਹਨਾਂ ਤਾਈਂ ਪਰਮੇਸ਼ਰ ਆਪਣੇ ਆਪ ਹੀ ਆਪਣੇ ਸਰਗੁਣ ਸਰੂਪ ਦੇ ਦਰਸ਼ਨ ਲੋਕ ਪ੍ਰਲੋਕ ਵਿੱਚ ਜਸ ਵਡਿਆਈ ਦੇਣ ਲੱਗਿਆਂ ਤਨਕ ਮਾਤਰ ਵੀ ਢਿੱਲ ਦੇਰੀ ਨਹੀਂ ਪੈਣ ਦਿੰਦਾ। ਮਨਮੁਖ ਭਰਮ ਭੁੱਲੈ ਸੰਸਾਰ, ਬਿਨ ਰਾਸੀ ਕੂੜਾ ਕਰੇ ਵਾਪਾਰ। ਗੁਰੂ ਤੋਂ ਬੇਮੁਖ ਪੁਰਸ਼ ਸੰਸਾਰ ਜਗਤ ਵਿੱਚ ਭਰਮ ਸੰਸਿਆਂ ਦੇ ਸਹਿਤ ਪਦਾਰਥਾਂ ਵਿੱਚ ਭੁੱਲੇ ਫਿਰਦੇ ਆ। ਸ਼ਰਧਾ ਰੂਪੀ ਰਾਸੀ ਪੂੰਜੀ ਤੋਂ ਬਗੈਰ ਮੰਦ ਕਰਮ ਕਰਨ ਰੂਪ ਜਾਂ ਦੇਵੀ ਦੇਵਤਿਆਂ ਦੀ ਉਪਾਸਨਾ ਰੂਪ ਝੂਠਾ ਹੀ ਵਪਾਰ ਵਣਜ ਕਰਦੇ ਆ। ਵਿਣ ਰਾਸੀ ਵਖਰ ਪੱਲੇ ਨ ਪਾਏ, ਮਨਮੁਖ ਭੁੱਲਾ ਜਨਮ ਗਵਾਏ। ਸ਼ਰਧਾ ਰੂਪੀ ਰਾਸੀ ਪੂੰਜੀ ਤੋਂ ਬਗੈਰ ਮਨਮੁਖ ਪੁਰਸ਼ ਪਰਮੇਸ਼ਰ ਦੇ ਲਾਭਦਾਇਕ ਨਾਮ ਰੂਪ ਵਖਰ ਸੌਦੇ ਨੂੰ ਹਿਰਦੇ ਰੂਪੀ ਪੱਲੇ ਲੜ ਵਿੱਚ ਨਹੀਂ ਪ੍ਰਾਪਤ ਕਰ ਸਕਦੇ। ਇਉਂ ਮਨਮੁਖ ਵੇਮੁਖ ਪੁਰਸ਼ਾਂ ਨੇ ਵਾਹਿਗੁਰੂ ਵੱਲੋਂ ਭੁੱਲ ਕਰਕੇ ਆਪਣੇ ਜਨਮ ਨੂੰ ਵਿਅਰਥ ਹੀ ਗਵਾ ਲਿਆ। ਸਤਿਗੁਰ ਸੇਵੇ ਸੋ ਲਾਲਾ ਹੋਏ, ਊਤਮ ਜਾਤੀ ਊਤਮ ਸੋਏ। ਜਿਹੜਾ ਸਤਿਗੁਰ ਸੱਚੇ ਸਾਹਿਬ ਜੀ ਦੀ ਸੇਵਾ ਟਹਿਲ ਕਰਦਾ, ਉਹ ਲਾਲਾ ਸੇਵਕ ਹੁੰਦਾ। ਉਸ ਦੀ ਸਾਰੀਆਂ ਜਾਤੀਆਂ ਤੋਂ ਊਤਮ ਅਤੀ ਸ੍ਰੇਸ਼ਟ ਭਗਤੀ ਰੂਪੀ ਜਾਤੀ ਹੈ ਅਤੇ ਲੋਕ ਪ੍ਰਲੋਕ ਵਿੱਚ ਸ਼ੋਭਾ ਦੀ ਊਤਮ ਸ੍ਰੇਸ਼ਟ ਹੈ। ਗੁਰ ਪੌੜੀ ਸਭ ਦੂ ਊਚਾ ਹੋਏ, ਨਾਨਕ ਨਾਮ ਵਡਾਈ ਹੋਏ। ਜਿਹੜਾ ਸਤਿਗੁਰੂ ਸਾਹਿਬ ਜੀ ਦੀ ਭਗਤੀ ਰੂਪੀ ਪੌੜੀ ਉੱਪਰ ਚੜ੍ਹਦਾ ਹੈ, ਉਹ ਸਾਰਿਆਂ ਦੂੰਦਾਂ ਤੋਂ ਉੱਚਾ ਸ੍ਰੇਸ਼ਟ ਹੋ ਜਾਂਦਾ। ਸਤਿਗੁਰੂ ਸਾਹਿਬ ਜੀ ਉਚਾਰਦੇ ਹਨ ਕਿ ਪਰਮੇਸ਼ਰ ਦੇ ਨਾਮ ਜਪਣ ਕਰਕੇ ਹੀ ਲੋਕ ਪ੍ਰਲੋਕ ਵਿੱਚ ਵਡਿਆਈ ਸ਼ੋਭਾ ਹੁੰਦੀ ਹੈ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।